ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਲਵਾਓ ਜੀ ਹਾਜ਼ਰੀਆਂ, ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ। ਗੁਰੂ ਫਤਿਹ ਦੀ ਸਾਂਝ ਪਾਓ ਜੀ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ ਜੀ। ਸੇਵਾ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਆਪਣੀ ਸ਼ਰਨ ਵਿੱਚ ਆਉਣ ਦਾ, ਪਾਵਨ ਬਾਣੀ ਪੜ੍ਹਨ ਦਾ, ਵਿਚਾਰਨ ਦਾ, ਸੁਣਨ ਦਾ, ਸੇਵਾ ਕਰਨ ਦਾ ਸਮਾਂ ਮਿਲੇ। ਉਹਦੇ ਬਖਸ਼ੇ ਹੋਏ ਉਦਮ ਦਾ ਸਦਕਾ ਸੁਆਓ ਗੁਰਮੁਖੋ, ਯਤਨ ਕਰੀਏ ਭਾਈ ਜੇ ਮਾਲਕ ਨੇ ਇਤਨੀ ਵੱਡੀ ਕਿਰਪਾ ਕੀਤੀ ਹੈ ਤੇ ਅਸੀਂ ਇਹ ਕੋਸ਼ਿਸ਼ ਰੱਖਣੀ ਹੈ ਉਹਦੇ ਬਖਸ਼ੇ ਹੋਏ ਉਦਮ ਦਾ ਸਦਕਾ ਇਹ ਸਮਾਂ ਜਿਹੜਾ ਮਿਲਿਆ ਇਹ ਨਿਫਲ ਨਾ ਜਾਵੇ,
ਇਹ ਬੀਜੇ ਹੋਏ ਬੀਜ ਜਿਹੜੇ ਆ ਇਹਨਾਂ ਨੂੰ ਫਲ ਲੱਗਣਾ। ਪ੍ਰਸ਼ਾਦਾ ਛਕੀਏ ਭੁੱਖ ਮਿਟੇ। ਭੁੱਖ ਤਾਂ ਮਿਟਣੀ ਹੈ ਜੀ ਜੇ ਛਕਾਂਗੇ। ਜਿੰਨਾ ਮਰਜ਼ੀ 36 ਪ੍ਰਕਾਰ ਦੇ ਭੋਜਨਾਂ ਨੂੰ ਵੇਖੀ ਜਾਓ, ਢਿੱਡ ਨਹੀਂ ਭਰਨਾ। ਇੱਥੇ ਜਿਨ੍ਹਾਂ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਬਚਨਾਂ ਦੀ ਪਿਆਸ ਹੈ, ਨੇਤਰਾਂ ਦੇ ਵਿੱਚ ਗੁਰੂ ਦੇ ਬਚਨਾਂ ਦੀ, ਗੁਰੂ ਦੇ ਦਿਦਾਰਿਆਂ ਦੀ ਤਾਂਘ ਹੈ, ਉਹ ਪੂਰੀ ਹੋਵੇ। ਇੱਛਾ ਇੱਦਾਂ ਦੀ ਹੋਵੇ, ਬਚਨ ਜਿਹੜੇ ਨੇ ਅੰਦਰ ਵਸਣ। ਫਾਇਦਾ ਹੀ ਤਾਂ ਹੋਣਾ ਜੇ ਭੋਜਨ ਅੰਦਰ ਜਾਏਗਾ। ਗੁਰੂ ਦੇ ਬਚਨ ਅਗਰ ਜੀਵਨ 'ਚ ਲਾਗੂ ਕਰਾਂਗੇ ਤਾਂ। ਬੜੀ ਦੁਨੀਆ ਫਿਰਦੀ ਆ ਭਰਮਣ ਕਰਦੀ। ਬੜੇ ਮੇਰੇ ਵਰਗੇ ਕਥਾ ਕਰਦੇ ਨੇ, ਕੀਰਤਨ ਕਰਦੇ ਨੇ, ਹੱਥ ਬੰਨ੍ਹ ਕੇ ਖਲੋਂਦੇ ਨੇ ਰੋਜ਼ ਆ ਕੇ, ਬੜੇ ਬਾਣੇ ਪਾਈਂਦੇ ਆ। ਇਹ ਸਾਧਨ ਨੇ। ਜਿਉਣਾ ਸਿੱਖੀਏ। ਅੰਮ੍ਰਿਤ ਵੇਲੇ ਦੀ ਸਾਂਭ ਕਰਕੇ ਨਾ ਜੀ, ਇਹ ਸਾਧਨ ਹੈ ਰੱਬ ਨਾਲ ਮਿਲਣ ਦਾ। ਬਹੁਤ ਵਾਰ ਵਿਚਾਰ ਕੀਤੀ ਹੈ, ਸਵਾਲ ਕੀਤਾ ਵੀ ਰੱਬ ਦੇ ਚਰਨਾਂ 'ਚ, ਗੁਰੂ ਦੇ ਚਰਨਾਂ 'ਚ ਕੀ ਕਰੀਏ, ਕਿਹੜੀ ਭੇਟਾ ਰੱਖੀਏ ਜਿਹਦੇ ਨਾਲ ਮਿਲ ਜਾਏ, ਮੂੰਹ 'ਚੋਂ ਕਿਹੜੇ ਵਚਨ ਬੋਲੀਏ, ਕੀ ਯਤਨ ਕਰੀਏ ਉਹਦੇ ਦਿਦਾਰੇ ਹੋ ਜਾਣ। ਸਵਾਲ ਹੈ ਨਾ ਕਿ ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ। ਮੂੰਹ ਚੋਂ ਕੀ ਬੋਲੀਏ ਜਿਹਦੇ ਨਾਲ ਉਹ ਸਾਨੂੰ ਪਿਆਰ ਨਾਲ ਵੇਖ ਲਏ। ਫੇਰ ਅੱਗੇ ਰੱਖੀਏ ਜਿਤ ਦਿਸੈ, ਕਿਹੜੀ ਭੇਟਾ ਰੱਖੀਏ। ਆ ਜਿਹੜੀਆਂ ਅਸੀਂ ਦਿੰਨੇ ਆ, ਇਹ ਤਾਂ ਉਹਨਾਂ ਦਿੱਤੀਆਂ ਹੋਈਆਂ ਨੇ, ਅਸੀਂ ਥੋੜ੍ਹੀ ਕੁਛ ਕੀਤਾ ਵਾ। ਕੀ ਰੱਖੀਏ, ਕੀ ਦਈਏ, ਕੀ ਬੋਲੀਏ। ਜਵਾਬ ਕੀ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਮ। ਅੰਮ੍ਰਿਤ ਵੇਲੇ ਦੀ ਭੇਟਾ ਜਿਹੜੀ ਆ ਨਾ, ਆਪਣੇ ਜੀਵਨ ਦੀ ਗੁਰੂ ਦੇ ਚਰਨਾਂ 'ਚ ਰੱਖ। ਇਹ ਨਹੀਂ ਵੀ ਆ ਗਿਆ, ਬਹਿ ਗਿਆ, ਤੁਰ ਗਿਆ, ਨਹੀਂ। ਪ੍ਰੋਪਰ ਵਡਿਆਈ ਵਿਚਾਰ, ਵਡਿਆਈ ਕਰ, ਚੰਗੀ ਵਿਚਾਰ ਅਪਣਾ, ਸਿਫਤ ਕਰ ਮਾਲਕ ਦੀ। ਇਹਦੇ ਨਾਲ ਕੀ ਹੋਣਾ? ਕਰਮੀ ਆਵੇ ਕੱਪੜਾ ਨਦਰੀ ਮੁਖ। ਫਿਰ ਜਦੋਂ ਨਿਸ਼ਕਾਮ ਕਰਮ ਕਰੂ ਨਾ ਬੰਦਾ, ਦੋ ਤਰ੍ਹਾਂ ਦੇ ਕਰਮ ਨੇ। ਅੰਮ੍ਰਿਤ ਵੇਲੇ ਦੀ ਸਾਂਭ ਕਰਦੇ ਆ, ਸਾਰੀ ਕਰਦੇ ਆ ਆਪਾਂ। ਜਿਹੜੇ ਤਾਂ ਅੰਮ੍ਰਿਤ ਵੇਲੇ ਦੀ ਸਾਂਭ ਕਰਕੇ ਕੋਈ ਕਾਮਨਾ ਰੱਖਣਗੇ, ਉਹਨਾਂ ਨੂੰ ਸਰੀਰ ਰੂਪੀ ਕੱਪੜਾ ਦੁਬਾਰੇ ਮਿਲਣਾ। ਮਨੁੱਖਾ ਦੇਹੀ ਕਰਮੀ ਆਵੇ ਕੱਪੜਾ ਮਿਲਣਾ ਹੈ। ਜਿਨ੍ਹਾਂ ਦੇ ਕਰਮ ਨਿਸ਼ਕਾਮ ਨੇ, ਕੋਈ ਮੰਗਾਂ ਨਹੀਂ ਮੰਗੀਆਂ, ਬਸ ਉਹਦੇ ਨਾਮ ਦੀ ਦਾਤ ਮੰਗਦੇ ਆ, ਉਹ ਫਿਰ ਨਦਰੀ ਮੋਖ ਦੁਆਰ, ਉਹ ਫਿਰ ਮੁਕਤੀ ਦਾ ਦੁਆਰਾ ਜਿਹੜਾ ਨਾ ਪਾ ਲੈਂਦੇ ਆ। ਫਿਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਅਰਥਾਂ ਨਾਲ ਜੁੜੀਏ। ਪਿਆਸ ਭੁੱਖ ਜਿਹੜੀ ਆ ਨਾ, ਬੁਝਣੀ ਹੀ ਤਾਂ ਜੇ ਭੋਜਨ ਜਲ ਪਾਣੀ ਅੰਦਰ ਜਾਊ। ਸਰੀਰ ਨੂੰ ਅਸੀਂ ਰੋਜ਼ ਰਜਾਉਂਦੇ ਹਾਂ, ਰੋਜ਼ਾਨਾ ਭਾਂਤ ਭਾਂਤ ਦੀਆਂ ਚੀਜ਼ਾਂ ਖਾਂਦੇ ਆ ਆਪਾਂ। ਪਰ ਗੁਰਮੁਖੋ, ਮਨ ਦਾ ਭੋਜਨ ਜਿਹੜਾ ਉਹ ਨਾਮ ਬਾਣੀ, ਅੰਦਰ ਦਾ ਆਤਮਾ ਦੀ ਖੁਰਾਕ ਜਿਹੜੀ ਆ, ਉਹਨੂੰ ਵੀ ਛਕਾਈਏ।
ਜੀਵਨ ਰਾਹ ਦੀਆਂ ਵਿਚਾਰਾਂ, ਸਕੂਨ ਆਵੇ ਜੀਵਨ ਜਿਉਣ ਦਾ, ਆਨੰਦ ਆਉਣ ਲੱਗ ਜਾਂਦਾ ਜੀ ਉਹਦੀ ਰਜ਼ਾ ਦੇ ਵਿੱਚ ਜਦੋਂ ਬੰਦਾ ਤੁਰਨਾ ਸ਼ੁਰੂ ਹੋ ਜਾਂਦਾ ਹੈ। ਸਕੂਨ, ਬੰਦਗੀ ਵਾਲਾ ਜੀਵਨ। ਸੋ ਆਓ ਆਪਣੀ ਵਿਚਾਰ ਤੇ ਉਹਦੀ ਕਿਰਪਾ ਦੇ ਨਾਲ ਲੜੀਵਾਰ ਕਥਾ ਵਿਚਾਰ ਰਹੇ ਆਪਾਂ, ਤੇ ਯਤਨ ਇਹ ਰੱਖਣਾ ਕਿ ਜਿੰਨਾ ਕੁ ਵਿਚਾਰਨਾ ਨਾ, ਸੁਣਨਾ, ਪੜ੍ਹਨਾ, ਸੁਣਾਉਣਾ, ਉਹ ਤੇ ਅਸੀਂ ਖੁਦ ਵੀ ਅਮਲ ਕਰੀਏ। ਇਹੀ ਨਹੀਂ ਕਿ ਮੈਂ ਇਹੀ ਸੋਚੀ ਜਾਵਾਂ ਕਿ ਜਿਹੜੇ ਸੁਣਦੇ ਨੇ ਉਹੀ ਅਮਲ ਕਰਨ, ਜਾਂ ਫਿਰ ਜਿਹੜੇ ਸੁਣਦੇ ਆ ਉਹ ਇਹੀ ਸੋਚੀ ਜਾਣ ਕਿ ਜਿਹੜਾ ਸੁਣਾਉਂਦਾ ਆਪੇ ਅਮਲ ਕਰੇ, ਆਪਾਂ ਨੇ ਕੀ ਲੈਣਾ। ਮੱਥਾ ਟੇਕਣਾ ਤੇ ਟੇਕ ਲਿਆ, ਭੱਜ ਕੇ ਘਰੇ। ਗੁਰਮੁਖੋ ਭੁਲੇਖਿਆਂ 'ਚ ਨਾ ਪਾਓ, ਐਵੇਂ ਭਰਮ 'ਚ ਨਾ ਭਟਕਦੇ ਫਿਰੀਏ। ਕਰਮ ਐਸੇ ਬਣਾ ਲਈਏ ਅਸੀਂ ਕਿਸੇ ਤੋਂ ਕੁਛ ਨਹੀਂ ਲੈਣਾ, ਨਾ ਕਿਸੇ ਤੋਂ ਕੁਛ ਖੋਣਾ, ਨਾ ਕੋਈ ਦੇ ਸਕਦਾ। ਆਤਮਾ ਦੀ ਖੁਰਾਕ, ਰੂਹ ਦੀ ਖੁਰਾਕ ਜਿਹੜੀ ਆ, ਰੱਬ ਦੇ ਰਾਹ ਦਾ ਖਰਚਾ ਜਿਹੜਾ ਉਹ ਇਕੱਠਾ ਕਰਨ ਆਉਣੇ ਆ, ਰੋਜ਼ ਇਕੱਠਾ ਕਰਕੇ ਲਿਜਾਈਏ, ਖਾਲੀ ਨਾ ਮੁੜੀਏ। ਅੱਜ ਦਾ ਜਿਹੜਾ ਸ਼ਬਦ ਆਰੰਭ ਹੋਣਾ ਉਹਦੀ ਉਥਾਨਕਾ ਕੀ ਹੈ? ਕਿਉਂਕਿ ਜਿਤਨੀ ਵੀ ਗੁਰਬਾਣੀ ਹੈ ਨਾ, ਹਰ ਇੱਕ ਸ਼ਬਦ ਦੀ ਕੋਈ ਨਾ ਕੋਈ ਉਥਾਨਕ ਹੈ। ਭਾਵ ਕਿਸੇ ਦੇ ਪਰਥਾਏ ਮਹਾਰਾਜ ਨੇ ਬਚਨ ਬਾਣੀ ਉਚਾਰਨ ਕੀਤੀ ਆ, ਕੋਈ ਨਾ ਕੋਈ ਰਿਜਨ ਹੋਇਆ ਉਹਦਾ। ਜਦੋਂ ਰੱਬ ਵੱਲੋਂ ਬਾਣੀ ਦੀ ਆਮਦ ਹੋਈ ਤੇ ਉਹਦੀ ਮਹਾਰਾਜ ਕਹਿ ਦਿੰਦੇ ਸਨ ਗੁਰੂ ਨਾਨਕ ਸਾਹਿਬ ਜੀ, ਮਰਦਾਨਿਆਂ ਰਬਾਬ ਸੇੜ ਬਾਣੀ ਆਈ ਆ। ਉਥਾਨਕਾ ਕੀ ਹੈ? ਅੱਜ ਦਾ ਸ਼ਬਦ ਜਿਹੜਾ ਹੈ, ਕਹਾਣੀ, ਕਥਾ ਬੜੀ ਵਾਰ ਅਸੀਂ ਸਰਵਣ ਕੀਤੀ ਆ ਕਿ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ, ਮੱਕਾ ਫਿਰ ਗਿਆ, ਮੱਕਾ ਘੁਮਾ ਦਿੱਤਾ ਸੀਗਾ। ਉਥਾਨਕਾ ਕੀ ਹੈ ਇਹ ਸ਼ਬਦ ਦੀ? ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇੱਕ ਦਿਨ ਭਾਈ ਮਰਦਾਨੇ ਜੀ ਨੇ ਬੇਨਤੀ ਕੀਤੀ, ਮਹਾਰਾਜ ਮੱਕੇ ਮਦੀਨੇ ਦੀ ਬੜੀ ਉਪਮਾ ਸੁਣੀ ਹੈ। ਮਰਦਾਨਾ ਕਹਿੰਦਾ ਸਤਿਗੁਰਾਂ ਨੂੰ, ਸਤਿਗੁਰੂ ਮੱਕੇ ਮਦੀਨੇ ਦੀ ਬੜੀ ਉਪਮਾ ਸੁਣੀ ਹੈ, ਲੋਕ ਸਿਫਤਾਂ ਕਰਦੇ ਆ, ਮੁਸਲਮਾਨ ਮੱਕੇ ਨੂੰ ਖੁਦਾ ਦਾ ਘਰ ਮੰਨਦੇ ਨੇ। ਕਹਿੰਦਾ ਮੇਰੀ ਵੀ ਇੱਛਾ ਹੈ ਮੱਕੇ ਦੇ ਦਰਸ਼ਨ ਕਰਨ ਦੀ, ਆਪ ਜੀ ਕਿਰਪਾ ਕਰਕੇ ਮੈਨੂੰ ਮੱਕੇ ਦਾ ਦੀਦਾਰ ਕਰਵਾਓ। ਤੇ ਮਹਾਰਾਜ ਆਖਣ ਲੱਗੇ, ਮਰਦਾਨੇ ਆ ਮੱਕੇ ਜਾਣਾ ਸੌਖਾ ਨਹੀਂ, ਬਹੁਤ ਔਖਾ ਹੈ ਭਾਈ, ਕਿਉਂਕਿ ਉੱਥੇ ਉਹੀ ਜਾ ਸਕਦਾ ਜੋ ਕਲਮਾ ਪੜ੍ਹੇ, ਦੂਜਾ ਕੋਈ ਨਹੀਂ ਜਾ ਸਕਦਾ। ਮਰਦਾਨਾ ਕਹਿੰਦਾ ਮਹਾਰਾਜ ਬਚਪਨ ਤੋਂ ਆਪ ਜੀ ਦੀ ਸੰਗਤ ਕੀਤੀ ਹੈ, ਤਿੰਨਾਂ ਲੋਕਾਂ ਦੇ ਵਿੱਚੋਂ ਕੋਈ ਐਸੀ ਸ਼ਕਤੀ ਨਹੀਂ ਜੋ ਤੁਹਾਨੂੰ ਕਿਤੇ ਜਾਣ ਤੋਂ ਰੋਕ ਸਕੇ। ਬਚਪਨ ਤੋਂ ਤੁਹਾਡੇ ਨਾਲ ਰਹਿ ਰਹੇ ਹਾਂ, ਕੋਈ ਐਸੀ ਸ਼ਕਤੀ ਨਹੀਂ ਤਿੰਨੇ ਲੋਕਾਂ ਦੇ ਜਿਹੜੀ ਤੁਹਾਨੂੰ ਕਿਤੋਂ ਜਾਣ ਤੋਂ ਰੋਕ ਦੇ। ਆਪ ਜੀ ਕਿਰਪਾ ਕਰਕੇ ਜ਼ਰੂਰ ਮੱਕੇ ਦੇ ਦਰਸ਼ਨ ਦੀਦਾਰੇ ਕਰਵਾਓ ਮੈਨੂੰ। ਤੇ ਮਰਦਾਨੇ ਦੀ ਤੀਬਰ ਇੱਛਾ ਦੇਖ ਕੇ ਗੁਰੂ ਸਾਹਿਬ ਜੀ ਨੇ ਮੱਕੇ ਦੀ ਤਿਆਰੀ ਕੀਤੀ, ਅਨੋਖਾ ਜਿਹਾ ਲਿਬਾਸ ਧਾਰਨ ਕੀਤਾ ਗੁਰੂ ਨਾਨਕ ਸਾਹਿਬ ਨੇ। ਨੀਲੇ ਵਸਤਰ ਪਾ ਲਏ, ਬਗਲ ਵਿੱਚ ਪੋਥੀ, ਹੱਥ ਵਿੱਚ ਸੋਟਾ, ਗਲ ਵਿੱਚ ਜਨੇਊ, ਮੱਥੇ ਤੇ ਤਿਲਕ ਲਾ ਕੇ ਇੱਕ ਪੈਰ ਵਿੱਚ ਖੜਾਮ ਤੇ ਇੱਕ ਪੈਰ ਵਿੱਚ ਜੋੜਾ ਪਹਿਨਿਆ। ਵੱਖਰਾ ਜਿਹਾ ਲਿਬਾਸ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਨੇ, ਤੇ ਬਰਮਾ ਦੇ ਇਲਾਕੇ ਵਿੱਚ ਵਿਚਰਦੇ ਭੱਖਰ ਸੱਖਰ ਆ ਪਹੁੰਚੇ, ਜਿੱਥੇ ਕਹਿੰਦੇ ਨੇ ਅਨੇਕਾਂ ਦਿਸ਼ਾਵਾਂ ਤੋਂ ਮੁਸਲਮਾਨ ਵੀਰ ਹਾਜੀ ਬਣ ਕੇ ਮੱਕੇ ਜਾਣ
ਵਾਸਤੇ ਇਕੱਠੇ ਹੋਏ ਬੈਠੇ ਨੇ। ਤੇ ਉਹ ਸਤਿਗੁਰਾਂ ਦਾ ਅਨੋਖਾ ਜਿਹਾ ਲਿਬਾਸ ਤੱਕ ਕੇ ਬੜੇ ਹੈਰਾਨ ਹੋਏ। ਤੇ ਇੱਥੇ ਹਾਜੀਆਂ ਨਾਲ ਕਾਫੀ ਵਿਚਾਰ ਚਰਚਾ ਗੁਰੂ ਸਾਹਿਬ ਜੀ ਦੀ ਹੋਈ ਤੇ ਮਹਾਰਾਜ ਨੇ ਆਪਣਾ ਮੱਕੇ ਜਾਣ ਦਾ ਮਨੋਰਥ ਦੱਸਣਾ ਕੀਤਾ। ਤੇ ਗੁਰਮੁਖ ਪਿਆਰਿਓ, ਉਹ ਜਿਹੜੇ ਸੀ ਨਾ, ਫਿਰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਈਰਖਾ ਲੱਗੇ ਕਰਨ। ਕਹਿੰਦੇ ਉੱਥੇ ਤਾਂ ਕੇਵਲ ਕਲਮਾ ਪੜ੍ਹਨ ਵਾਲਾ ਮੁਸਲਮਾਨ ਹੀ ਜਾ ਸਕਦਾ ਮੱਕੇ ਦੇ ਵਿੱਚ। ਸਤਿਗੁਰਾਂ ਨੇ ਵਿਚਾਰ ਚਰਚਾ ਨਾਲ ਸਾਰਿਆਂ ਨੂੰ ਨਿਰੁੱਤਰ ਕਰ ਦਿੱਤਾ। ਕੋਈ ਹੋਰ ਚਾਰਾ ਨਾ ਚੱਲਦਾ ਵੇਖ ਕੇ ਨਾ ਉਹਨਾਂ ਨੇ ਸਲਾਹ ਕੀਤੀ ਕਿ ਆਪਾਂ ਇਹਨਾਂ ਨੂੰ ਨਾਲ ਨਹੀਂ ਲੈ ਕੇ ਜਾਣਾ ਮੱਕੇ, ਜਿਹੜੇ ਆਏ ਹੋਏ ਸੀਗੇ ਹਾਜੀ ਬਣ ਕੇ। ਉਸ ਵਕਤ ਉਹ ਗੁਰੂ ਨਾਨਕ ਸਾਹਿਬ ਜੀ ਨੂੰ, ਭਾਈ ਮਰਦਾਨੇ ਨੂੰ ਛੱਡ ਕੇ ਸਾਰੇ ਜਿਹੜੇ ਹਾਜੀ ਸੀ ਨਾ, ਜਿਹੜੇ ਕਿਉਂਕਿ ਸਮੁੰਦਰ ਵਿੱਚ ਦੀ ਜਾਣਾ ਪੈਂਦਾ, ਜਹਾਜ਼ ਚੜ੍ਹ ਗਏ, ਤੁਰ ਪਏ ਜੀ ਉਹ। ਤੇ ਗੁਰੂ ਸਾਹਿਬ ਜੀ ਨੂੰ ਉਸ ਜਹਾਜ਼ ਦੇ ਵਿੱਚ, ਉਸ ਬੇੜੀ ਦੇ ਵਿੱਚ ਚੜ੍ਹਨ ਨਾ ਦਿੱਤਾ। ਕਹਿੰਦੇ ਤੁਸੀਂ ਕਲਮਾਂ ਨਹੀਂ ਪੜ੍ਹੀਆਂ ਹੋਈਆਂ, ਤੁਸੀਂ ਪੱਕੇ ਮੁਸਲਮਾਨ ਨਹੀਂ, ਤੁਹਾਨੂੰ ਅਸੀਂ ਨਾਲ ਨਹੀਂ ਲਿਜਾਵਾਂਗੇ। ਤੁਰ ਪਏ ਜੀ ਉਹ ਸਾਰੇ। ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਹੱਸਦੇ ਰਹੇ, ਮੁਸਕਰਾਉਂਦੇ ਰਹੇ, ਬੈਠੇ ਰਹੇ, ਤੱਕਦੇ ਰਹੇ ਉਹਨਾਂ ਨੇ। ਗੁਰਮੁਖੋ, ਰੱਬ ਦੇ ਪਿਆਰੇ ਜਿਹੜੇ ਆ ਨਾ, ਰੱਬ ਦੇ ਪਿਆਰੇ, ਉਹਨਾਂ ਦੇ ਅੰਦਰ ਟਿਕਾ ਆਉਣਾ ਸ਼ੁਰੂ ਹੋ ਜਾਂਦਾ। ਜੋ ਮਰਜ਼ੀ ਕੋਈ ਕੁਛ ਕਰੀ ਜਾਵੇ, ਉਹ ਆਪਣੀ ਅੰਦਰ ਦੀ ਸ਼ਾਂਤੀ ਨਹੀਂ ਖੋਂਦੇ। ਇੱਥੇ ਤਾਂ ਅਸੀਂ ਅੱਗ ਬਬੂਲਾ ਹੋ ਜਾਂਦੇ ਮਿੰਟਾਂ ਸਕਿੰਟਾਂ 'ਚ। ਟਿਕਾ ਮਹਾਰਾਜ ਹੱਸਦੇ ਰਹੇ, ਵੇਖਦੇ ਰਹੇ, ਉਹਨਾਂ ਨੂੰ ਤੱਕਦੇ ਰਹੇ ਵੀ ਕਿਆ ਖੇਡਾਂ ਕਰਦੇ ਆ ਇਹਦੇ, ਕਿਹਦਾ ਸਦੀਵੀ ਘਰ ਹੈ ਸੰਸਾਰ ਤੇ ਪ੍ਰੇਮੀਓ। ਹਰ ਇੱਕ ਬੰਦਾ ਸੁਪਨੇ ਵਾਂਗ ਹੈ। ਲੈ ਬਚਪਨ ਲੰਘ ਗਿਆ, ਜਵਾਨੀ ਵੀ ਲੰਘ ਗਈ, ਆਹ ਦਿਨ ਆ ਗਿਆ, ਅਧ ਖੜ ਹੋ ਗਈ ਉਮਰ। ਕੱਲ ਦੀਆਂ ਗੱਲਾਂ ਲੱਗਦੀਆਂ ਨੇ। ਅੱਜ ਜਿਹੜੇ ਬਜ਼ੁਰਗ ਨੇ ਉਹਨਾਂ ਤੇ ਵੀ ਆਏ ਸੀ ਦਿਨ ਕਦੇ। ਅੱਜ ਨਿਸਲਾ ਸਰੀਰ ਬਾਰੀ ਆ ਕੀ ਜਾਂਦਾ ਹੈ। ਮਹਾਰਾਜ ਉਹਨਾਂ ਵੱਲ ਵੇਖ ਕੇ ਹੈਰਾਨ ਨੇ, ਮੁਸਕਰਾ ਰਹੇ ਨੇ, ਬੈਠੇ ਰਹੇ ਸਤਿਗੁਰੂ। ਤੇ ਗੁਰਮੁਖ ਪਿਆਰਿਓ, ਬਾਅਦ ਵਿੱਚ ਮਰਦਾਨੇ ਨੂੰ ਕਿਹਾ, ਕਹਿੰਦੇ ਮਰਦਾਨਿਆ ਆ ਦੇਖ ਲੈ, ਉੱਥੇ ਹਿੰਦੂਆਂ ਤੇ ਹੋਰ ਧਰਮਾਂ ਵਾਲਿਆਂ ਨੂੰ ਜਾਣ ਦੀ ਆਗਿਆ ਨਹੀਂ ਮੱਕੇ ਦੇ ਵਿੱਚ। ਇੱਕ ਸਾਡੇ ਬਾਪੂ ਦਾ ਘਰ ਹੈ, ਇੱਥੇ ਇਹ ਨਹੀਂ ਵੇਖਿਆ ਜਾਂਦਾ ਕਿ ਸੱਜਣਾ ਤੂੰ ਮੁਸਲਿਮ ਹੈ, ਤੂੰ ਹਿੰਦੂ ਹੈ, ਤੂੰ ਈਸਾਈ ਹੈ, ਤੂੰ ਜੈਨੀ ਹੈ, ਤੂੰ ਬੋਧੀ ਹੈ, ਤੂੰ ਸਿੱਖ ਹੈ ਜਾਂ ਹੋਰ ਧਰਮ ਹੈ, ਤੈਨੂੰ ਇੱਥੇ ਵੜ ਨਹੀਂ ਦਿੱਤਾ ਜਾਣਾ। ਗੁਰਮੁਖੋ, ਰੱਬ ਨੇ ਇਨਸਾਨ ਬਣਾਇਆ, ਬੰਦਾ ਬਣਾ ਕੇ ਭੇਜਿਆ। ਸਭ ਧਰਮ ਸਤਿਕਾਰਯੋਗ ਨੇ। ਸਭ ਤੋਂ ਪਹਿਲਾ ਧਰਮ ਸਾਡਾ, ਅਸੀਂ ਆ ਜੋ ਕਾਇਨਾਤ ਹੈ ਨਾ, ਜਿਤਨੀ ਵੀ ਖਲਕਤ ਦੁਨੀਆ, ਇੱਕ ਸਮਝੀਏ, ਇੱਕ ਜਾਣੀਏ, ਸਭ ਇੱਕੋ ਨੇ। ਧਰਮਾਂ ਦੇ ਠੱਪੇ ਚਲੋ ਲੱਗੇ ਆ, ਰੰਗ ਰੂਪ ਉਹੀ ਆ, ਉਹੀ ਖੂਨ ਹੈ, ਉਦਾਂ ਦੇ ਨੈਣ ਨਕਸ਼ ਨੇ, ਉਦਾਂ ਦੀ ਬੋਲੀ ਆ। ਤੇ ਨਾਲੇ ਬਾਜਾਂ ਵਾਲੇ ਕਹਿੰਦੇ ਰੱਬਾ ਮੈਂ ਤੈਨੂੰ ਤਾਂ ਮੱਥਾ ਟੇਕਦਾ, ਤੇਰਾ ਧਰਮ ਹੀ ਨਹੀਂ ਕੋਈ। ਕੀ ਸੋਚਾਂਗੇ ਆਪਾਂ, ਕੀ ਕਵਾਂਗੇ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਕੋਈ ਖੁਦਾ ਕਹਿੰਦਾ, ਅੱਲਾ ਕਹਿੰਦਾ, ਗੋਡ ਕਹਿੰਦਾ, ਸਤਨਾਮ ਕਹਿੰਦਾ, ਵਾਹਿਗੁਰੂ ਕਹਿੰਦਾ। ਆਪਣੀ ਮਸਤੀ ਆ, ਜੋ ਤੁਹਾਡੀ ਇੱਛਾ ਹੈ ਕਹੀ ਜਾਓ। ਪਰ ਗੁਰਮੁਖੋ, ਹਰ ਇੱਕ ਦੇ ਨਾਲ ਪਿਆਰ ਦੇ ਨਾਲ ਰਹੋ। ਤੇ ਜਿਹੜੀ ਕੱਟੜਤਾ ਨਾ, ਕੱਟੜਤਾ ਉਹ ਜੋੜਦੀ ਨਹੀਂ, ਤੋੜਦੀ ਆ। ਤੇ ਸਾਡੇ ਵੀ ਰਾਹ ਦੇ ਵਿੱਚ ਰੋੜਾ ਬਣ ਜਾਂਦਾ, ਫਿਰ ਅਸੀਂ ਵੀ ਉਹਦੇ ਚਰਨਾਂ 'ਚ ਨਹੀਂ ਪਹੁੰਚ ਸਕਦੇ। ਲੱਖ ਮੈਂ ਕਹਾਈ ਜਾਵਾਂ ਧਰਮੀ,
ਗੁਰੂ ਨਾਨਕ ਸਾਹਿਬ ਆਖਣ ਲੱਗੇ, ਮਰਦਾਨਿਆਂ ਹੋਰ ਧਰਮਾਂ ਵਾਲਿਆਂ ਨੂੰ ਉੱਥੇ ਜਾਣ ਦੀ ਆਗਿਆ ਨਹੀਂ। ਮਰਦਾਨਾ ਕਹਿੰਦਾ, ਸਤਿਗੁਰੂ ਕਹਿੰਦਾ, ਮਹਾਰਾਜ ਰੁਕਾਵਟਾਂ ਜਿਹੜੀਆਂ ਨੇ ਨਾ, ਰੁਕਾਵਟਾਂ ਦੁਨੀਆ ਵਾਸਤੇ ਹੋਣਗੀਆਂ, ਦੁਨੀਆ ਦੇ ਲੋਕਾਂ ਲਈ ਹੋਣਗੀਆਂ। ਆ ਰੁਕਾਵਟਾਂ ਜਿਹੜੀਆਂ ਨੇ, ਜਾਣ ਨਹੀਂ ਜਿਹੜੇ ਦਿੰਦੇ, ਰੁਕਾਵਟਾਂ ਲਾਉਂਦੇ ਆ। ਤੁਸੀਂ ਤਾਂ ਸ੍ਰਿਸ਼ਟੀ ਦੇ ਮਾਲਕ ਹੋ। ਜਾਣਦਾ ਸੀ ਉਹ ਗੁਰੂ ਨਾਨਕ ਸਾਹਿਬ ਨੂੰ। ਕਹਿੰਦਾ, ਮਹਾਰਾਜ ਤੁਸੀਂ ਤਾਂ ਮਾਲਕ ਹੋ ਸ੍ਰਿਸ਼ਟੀ ਦੇ, ਤਿੰਨਾਂ ਲੋਕਾਂ ਦੇ ਮਾਲਕ ਹੋ, ਤੁਹਾਨੂੰ ਕੌਣ ਰੋਕ ਸਕਦਾ ਹੈ? ਤੁਹਾਨੂੰ ਕੌਣ ਰੋਕ ਸਕਦਾ? ਤੁਸੀਂ ਨਿਰੰਕਾਰ ਹੋ। ਤੇ ਗੁਰਮੁਖ ਪਿਆਰਿਓ, ਮਰਦਾਨੇ ਦੀ ਇਹ ਮੱਕਾ ਦੇਖਣ ਦੀ ਇੱਛਾ ਵੇਖ ਕੇ ਨਾ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ, ਚੰਗਾ ਮਰਦਾਨਿਆ, ਜੇ ਤੇਰਾ ਨਿਸ਼ਚਾ ਬਣੇ ਗਿਆ, ਤੇਰਾ ਮਨ ਬਣੇ ਗਿਆ, ਤੇਰਾ ਮੱਕੇ ਜਾਣ ਦਾ ਵਿਚਾਰ ਪਰਪੱਕ ਹੈ, ਤੇਰਾ ਵਿਚਾਰ ਪਰਪੱਕ ਹੋ ਚੁੱਕਾ ਹੈ, ਤਾਂ ਕਰਤਾਰ ਤੈਨੂੰ ਮੱਕੇ ਲੈ ਜਾਏਗਾ। ਨਿਰੰਕਾਰ ਪਰਮੇਸ਼ਰ ਪਰਮਾਤਮਾ ਖੁਦਾ ਤੈਨੂੰ ਮੱਕੇ ਲੈ ਜਾਏਗਾ, ਫਿਰ ਚਿੰਤਾ ਨਾ ਕਰ। ਹੁਣ ਏਦਾਂ ਕਰ, ਅੰਮ੍ਰਿਤ ਵੇਲਾ ਹੋ ਚੁੱਕਾ ਹੈ, ਰਬਾਬ ਚੁੱਕ, ਸੁਰ ਛੇੜ, ਆਮਦ ਹੋਈ ਹੈ ਬਾਣੀ ਦੀ। ਮਰਦਾਨਿਆ ਰਬਾਬ ਛੇੜ, ਬਾਣੀ ਆਈ ਆ, ਉਹਦਾ ਗੁਣਗਾਨ ਕਰੀਏ। ਤੇ ਗੁਰਮੁਖ ਪਿਆਰਿਓ, ਗੁਰੂ ਨਾਨਕ ਸਾਹਿਬ ਕਹਿੰਦੇ, ਕੁਝ ਸਮਾਂ ਉਸ ਪਰਮੇਸ਼ਰ ਦਾ, ਕਰਤਾਰ ਦਾ ਗੁਣਗਾਨ ਕਰਨਾ ਕਰੀਏ। ਤੇ ਗੁਰੂ ਸਾਹਿਬ ਜੀ ਦੀ ਆਗਿਆ ਪਾ ਕਰਕੇ ਗੁਰਸਿੱਖ ਪਿਆਰਿਓ, ਮਰਦਾਨੇ ਨੇ ਬੜੇ ਪ੍ਰੇਮ ਦੇ ਨਾਲ, ਉਹ ਜਾਣਦਾ ਸੀ ਕਿ ਇਹਦੀਆਂ ਖੇਡਾਂ ਇਹੀ ਜਾਣੇ, ਵੀ ਸਭ ਕੁਛ ਇਹਦੇ ਹੱਥ ਦੇ ਵਿੱਚ ਹੈ, ਕੁਛ ਵੀ ਕਰ ਸਕਦਾ ਹੈ। ਬੜੇ ਪਿਆਰ ਨਾਲ, ਪ੍ਰੇਮ ਦੇ ਨਾਲ ਕੀਰਤਨ ਕੀਤਾ ਮਰਦਾਨੇ ਨੇ। ਨੇਤਰ ਬੰਦ ਹੋ ਗਏ ਤੇ ਜਦੋਂ ਸ਼ਬਦ ਦੀ ਸਮਾਪਤੀ ਹੋਈ, ਜਦੋਂ ਅੱਖਾਂ ਖੋਲੀਆਂ ਤਾਂ ਵੇਖਿਆ ਮਰਦਾਨਾ ਕੀ ਵੇਖਦਾ, ਅੱਖਾਂ ਬੰਦ ਕਰਕੇ ਬੈਠਿਆ ਸੀ। ਸ਼ਬਦ ਦੇ ਵਿੱਚ ਰਬਾਬ ਛੇੜੀ ਸੀ, ਰਬਾਬ ਵਜਾਈ ਬਹੁਤ ਪ੍ਰੇਮ ਦੇ ਨਾਲ, ਇਤਨਾ ਮਗਨ ਹੋ ਗਏ, ਅੱਖਾਂ ਬੰਦ ਹੋ ਗਈਆਂ। ਜਦੋਂ ਅੱਖਾਂ ਖੁੱਲੀਆਂ, ਦੇਖਦਾ ਕੀ ਹੈ ਕਿ ਉਹ ਜਾ ਕਰਕੇ ਮੱਕੇ ਦੇ ਵਿੱਚ ਬੈਠਿਆ। ਆਖੋ ਸਤਨਾਮ। ਮਿੰਟਾਂ ਸਕਿੰਟਾਂ 'ਚ, ਇਹ ਤਾਂ ਨੇੜੇ ਸੀ ਕੰਮ। ਗੁਰੂ ਸਾਹਿਬ ਜੀ ਨੇ ਪੀਰ ਦੇ, ਕਾਜੀ ਦੇ ਲੜਕੇ ਨੂੰ, ਕਿਉਂਕਿ ਬੁੱਢਾ ਸੀ, ਨਾਲ ਨਹੀਂ ਸੀ ਗਿਆ, ਲੱਖਾਂ ਆਕਾਸ਼ ਪਤਾਲਾਂ ਦੇ ਦਰਸ਼ਨ ਕਰਾਤੇ ਸੀ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਨੇ। ਜਿੱਥੋਂ ਆ ਦੇਗ ਦੀ ਮਰਿਆਦਾ ਸ਼ੁਰੂ ਹੋਈ ਆ, ਦੇਗ ਦੀ ਮਰਿਆਦਾ ਇਹ ਆਮ ਜੀ ਨਹੀਂ। ਅਸੀਂ ਤਾਂ ਕੜਾ ਸਮਝ ਕੇ ਬੁੱਕ ਭਰ ਭਰ ਲਿਜਾਨੇ ਆ ਘਰਾਂ ਨੂੰ। ਗੁਰਮੁਖੋ, ਇਹ ਸੱਚਖੰਡ ਦਾ ਪ੍ਰਸ਼ਾਦ ਹੈ। ਇਹ ਦੇਗ ਸੱਚਖੰਡ ਵਿੱਚ ਵਰਤਾਈ ਜਾਂਦੀ ਹੈ। ਉਹ ਗਿਆ ਸੀ ਨਾ ਲੜਕਾ ਉਹਦਾ, ਕਾਜੀ ਦਾ, ਗੁਰੂ ਨਾਨਕ ਸਾਹਿਬ ਨਾਲ, ਉੱਥੋਂ ਮਿਲਿਆ ਸੀ, ਉਹਨੂੰ ਨਾਲ ਲੈ ਕੇ ਆਇਆ। ਉੱਥੋਂ ਫਿਰ ਚੱਲੀ ਆ ਦੇਗ ਦੀ ਮਰਿਆਦਾ। ਚਲੋ ਉਹ ਵਿਚਾਰਾਂ ਦੂਰ ਨੇ, ਬੜੀਆਂ ਲੰਮੀਆਂ, ਉਧਰ ਨੂੰ ਨਾ ਜਾਈਏ ਆਪਾਂ। ਤੇ ਜਦੋਂ ਅੱਖਾਂ ਖੋਲੀਆਂ ਗੁਰਮੁਖੋ, ਮੱਕੇ ਦੇ ਵਿੱਚ ਬੈਠੇ ਨੇ। ਮੱਕੇ ਪੁੱਜ ਗਏ, ਮਰਦਾਨਾ ਖੁਸ਼ ਹੋਇਆ, ਸਤਿਗੁਰਾਂ ਦੇ ਚਰਨਾਂ ਤੇ ਢਹਿ ਪਿਆ ਤੇ ਆਖਣ ਲੱਗਿਆ, ਮਹਾਰਾਜ ਤੁਹਾਡਾ ਧੰਨਵਾਦ ਹੈ, ਤੁਸੀਂ ਮੈਨੂੰ ਮੱਕੇ ਦੇ ਦਰਸ਼ਨ ਦਿਦਾਰੇ ਇੱਥੇ ਕਰਾਏ ਨੇ, ਲਿਆਉਣਾ ਕੀਤਾ। ਗੁਰੂ ਸਾਹਿਬ ਆਖਣ ਲੱਗੇ, ਮਰਦਾਨਿਆ ਹੁਣ ਆਪਣੀ ਮਰਜ਼ੀ ਅਨੁਸਾਰ ਰੱਜ ਕੇ ਮੱਕੇ ਦੇ ਦੀਦਾਰ ਕਰ ਲੈ, ਵੇਖ ਲੈ, ਦੀਦਾਰ ਕਰ ਲੈ ਜਿਹੜੇ ਕਰਨੇ ਨੇ। ਮਰਦਾਨਾ ਉਹ ਆਖਣ ਲੱਗਿਆ, ਗੁਰੂ ਸਾਹਿਬ ਜੀ ਠੀਕ ਹੈ।
ਤੇ ਗੁਰਮੁਖ ਪਿਆਰਿਓ ਤੇ ਆਖਣ ਲੱਗੇ, ਸਤਿਗੁਰ ਕਹਿੰਦੇ ਤੂੰ ਮੁਸਲਮਾਨ ਹੈ ਤਾਂ ਤੂੰ ਅੰਦਰ ਜਾ ਸਕਦਾ, ਜਾ ਚੱਲ ਜਾ। ਤੇਰਾ ਧਰਮ ਜਿਹੜਾ ਮੁਸਲਮਾਨਾਂ ਦਾ ਉਹ ਮੁਸਲਮਾਨਾਂ ਦਾ ਸੀ। ਭਾਈ ਮਰਦਾਨਾ ਗੁਰੂ ਸਾਹਿਬ ਨੇ ਕਿਸੇ ਜਾਤ ਪਾਤ ਧਰਮ ਨਾਲ ਵਿਤਕਰਾ ਨਹੀਂ ਕੀਤਾ। ਸਾਡੇ ਗੁਰੂ ਨਾਨਕ ਨੇ, ਤੂੰ ਮੁਸਲਮਾਨ ਅੰਦਰ ਜਾ ਸਕਦਾ, ਜਾ ਚੱਲ ਜਾ। ਪਰ ਅੰਦਰ ਜਾਣ ਤੋਂ ਪਹਿਲਾਂ ਇਹ ਜਿਹੜੇ ਆ ਨਾ, ਗੁਰੂ ਸਾਹਿਬ ਆਖਣ ਲੱਗੇ ਮਰਦਾਨਿਆ, ਇਹ ਅੰਦਰ ਜਾਣ ਤੋਂ ਪਹਿਲਾਂ ਅੱਖਾਂ ਦੇ ਪੱਟੀ ਬੰਨ੍ਹਦੇ ਨੇ। ਮੱਕੇ 'ਚ ਜਾਣ ਤੋਂ ਪਹਿਲਾਂ ਅੱਖਾਂ ਤੇ ਪੱਟੀ ਬੰਨ੍ਹਦੇ ਨੇ ਕਿ ਅੰਦਰ ਕੋਈ ਦੇਖ ਨਾ ਸਕੇ। ਇਹ ਪੁਰਾਣੇ ਸਮੇਂ ਅੱਖਾਂ ਬੰਨ੍ਹ ਕੇ ਜ਼ਿਆਰਤ ਕਰਵਾਈ ਜਾਂਦੀ ਸੀ, ਪੁਰਾਣੇ ਸਮੇਂ ਦੀ ਗੱਲ ਆ। ਹੁਣ ਬੇਸ਼ੱਕ ਨਾ ਕੁਛ ਹੋਵੇ, ਪਰ ਉਸ ਟਾਈਮ ਮਰਦਾਨਾ ਕਹਿਣ ਲੱਗਿਆ, ਮਹਾਰਾਜ ਜੇ ਤੁਹਾਡੇ ਨਾਲ ਆ ਕੇ ਵੀ ਅੱਖਾਂ ਬੰਨ੍ਹ ਕੇ ਮੈਂ ਅੰਦਰ ਗਿਆ, ਅੱਖਾਂ ਦੇ ਪੱਟੀ ਬੰਨ੍ਹ ਕੇ ਜੇ ਮੈਂ ਅੰਦਰ ਜਾਵਾਂਗਾ, ਫਿਰ ਜਿਹੜੀ ਮੇਰੀ ਇੱਛਾ ਹੈ ਉਹ ਅਧੂਰੀ ਰਹਿ ਜਾਣੀ ਆ। ਅੱਖਾਂ ਬੰਨ੍ਹ ਕੇ ਮੈਂ ਕੀ ਦੇਖਾਂਗਾ ਉੱਥੇ? ਮੈਂ ਤਾਂ ਦਰਸ਼ਨ ਕਰਨੇ ਨੇ ਅੰਦਰ ਜਾ ਕੇ ਮੱਕੇ ਦੇ। ਜੇ ਮੇਰੀ ਅੱਖੀਂ ਬੰਨ੍ਹ ਦਿੱਤੀਆਂ, ਮੈਂ ਕੀ ਦੇਖੂੰ ਉੱਥੇ? ਮੈਂ ਕੀ ਵੇਖਾਂਗਾ? ਫਿਰ ਮਹਾਰਾਜ ਆਖਣ ਲੱਗੇ, ਮਰਦਾਨੇ ਚੰਗਾ ਜਾ, ਫਿਰ ਜਾ ਕੇ ਚੰਗੀ ਤਰ੍ਹਾਂ ਦਰਸ਼ਨ ਕਰ ਆ, ਤੂੰ ਸਾਰਿਆਂ ਨੂੰ ਵੇਖੇਂਗਾ। ਇਹ ਕਿਰਪਾ ਗੁਰੂ ਨਾਨਕ ਕੋਲ ਆ। ਤੂੰ ਸਾਰਿਆਂ ਨੂੰ ਵੇਖੇਂਗਾ, ਤੈਨੂੰ ਕੋਈ ਨਹੀਂ ਵੇਖ ਸਕਦਾ। ਆਖੋ ਸਤਿਨਾਮ। ਤੈਨੂੰ ਕੋਈ ਨਹੀਂ, ਸਾਰਿਆਂ ਨੂੰ ਤੂੰ ਵੇਖ ਲੇਗਾ, ਤੂੰ ਕਿਸੇ ਨੂੰ ਨਹੀਂ ਦੇਖਣਾ। ਤੂੰ ਉੱਥੇ ਫਿਰੇਂਗਾ, ਤੈਨੂੰ ਸਾਰੇ ਦਿਖਣਗੇ, ਪਰ ਤੂੰ ਕਿਸੇ ਨੂੰ ਨਹੀਂ ਦਿਖੇਂਗਾ। ਤੇਰਾ ਚਿਹਰਾ ਕੋਈ ਨਹੀਂ ਦੇਖ ਸਕਦਾ। ਸਾਰਿਆਂ ਨੂੰ ਦਿਖਣਾ ਬੰਦ ਹੋ ਜਾਣਾ। ਤੂੰ ਜਾ। ਤੇ ਆਗਿਆ ਲੈ ਕੇ ਗੁਰਮੁਖ ਪਿਆਰਿਓ ਮਰਦਾਨਾ ਬੇਰੋਕ ਅੰਦਰ ਚਲਾ ਗਿਆ। ਜਦ ਕਿਸੇ ਨੂੰ ਦਿਖੇ ਨਹੀਂ, ਕਿਹਨੇ ਰੋਕਣਾ ਸੀਗਾ? ਕੋਈ ਅੱਖਾਂ ਦੇ ਪੱਟੀ ਨਹੀਂ ਬੰਨੀ। ਤੇ ਅੰਦਰ ਜਾ ਕੇ ਕੀ ਵੇਖਦਾ? ਅੰਦਰ ਜਾ ਕੇ ਕੀ ਵੇਖਿਆ ਮਰਦਾਨੇ ਨੇ? ਕਹਿੰਦੇ ਉੱਥੇ ਇੱਕ ਇਤਿਹਾਸ ਦੇ ਵਿੱਚ ਜ਼ਿਕਰ ਹੈ, ਟਕਸਾਲ ਦੀ ਲਿਖਤ ਹੈ, ਸੰਪਰਦਾਇ ਦਮਦਮੀ ਟਕਸਾਲ। ਅੰਦਰ ਜਾ ਕੇ ਕੀ ਵੇਖਦਾ? ਮਹਾਂਪੁਰਖਾਂ ਦੇ ਬਚਨ ਨੇ। ਕੀ ਵੇਖਣਾ ਕੀਤਾ ਜੀ ਮਰਦਾਨੇ ਨੇ? ਉੱਥੇ ਇੱਕ ਸ਼ਿਵਲਿੰਗ ਹੈ। ਸ਼ਿਵਲਿੰਗ ਜਾਣਦੇ ਹੋ ਸਾਰੇ ਕੀ ਹੁੰਦਾ? ਉੱਥੇ ਪਾਣੀ ਚੜਾ ਕੇ ਸ਼ਿਵਲਿੰਗ ਤੇ ਫਿਰ ਉਸ ਪਾਣੀ ਦਾ ਚੂਲਾ ਲੈ ਕੇ ਹੱਜ ਖੋਲਦੇ ਨੇ। ਹਾਜੀ ਵਰਤ ਰੱਖਦੇ ਨਾ ਜੀ, ਹੱਜ ਰੱਖੇ ਹੋਏ ਆ, ਰੋਜ਼ੇ ਹੱਜ ਰੱਖਣਾ। ਉੱਥੇ ਜਾ ਕੇ ਆਪਣਾ ਵਰਤ ਹੱਜ ਜਿਹੜਾ ਹੁੰਦਾ ਖੋਲ੍ਹਣਾ ਹੁੰਦਾ। ਉਹ ਸ਼ਿਵਲਿੰਗ ਤੇ ਪਾਣੀ ਚੜਾਉਣਾ। ਉਹ ਪਾਣੀ ਚੜਾ ਕੇ ਉਹਦਾ ਪਾਣੀ ਦਾ ਚੂਲਾ ਲੈ ਕੇ ਹੱਜ ਖੋਲਦੇ ਨੇ। ਇਸ ਪਾਣੀ ਨੂੰ ਆਬੇ ਹਯਾਤ, ਆਪਾਂ ਅੰਮ੍ਰਿਤ ਕਹਿੰਦੇ ਆ, ਉਹ ਆਬੇ ਹਯਾਤ ਕਹਿੰਦੇ ਆ। ਇਸ ਪ੍ਰਕਾਰ ਦੀ ਬੁੱਤ ਪ੍ਰਸਤੀ ਵੇਖ ਕੇ ਮਰਦਾਨਾ ਹੈਰਾਨ ਤੇ ਸ਼ਰਮਿੰਦਾ ਹੋ ਕੇ ਵਾਪਸ ਆ ਗਿਆ ਜੀ ਗੁਰੂ ਨਾਨਕ ਸਾਹਿਬ ਦੇ ਕੋਲ। ਜਦੋਂ ਇਹ ਵੇਖਿਆ ਨਾ ਉਹਨੇ ਅੰਦਰ ਜਾ ਕੇ, ਉਹ ਹੈਰਾਨ ਹੋਇਆ ਤੇ ਸ਼ਰਮਿੰਦਾ ਹੋਇਆ। ਤੇ ਆ ਕੇ ਕਹਿਣ ਲੱਗਿਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦਾ ਮਹਾਰਾਜ ਇਹ ਬੁੱਤ ਪ੍ਰਸਤੀ ਦਾ ਖੰਡਨ ਕਰਨ ਵਾਲੇ ਆਪ ਹੀ ਬੁੱਤ ਪ੍ਰਸਤੀ ਕਰ ਰਹੇ ਨੇ। ਬੁੱਤ ਪ੍ਰਸਤੀ ਦਾ ਖੰਡਨ ਕਰਦੇ ਆ ਮੁਸਲਿਮ ਲੋਕ, ਪਰ ਇਹ ਆਪ ਹੀ ਬੁੱਤ ਪ੍ਰਸਤੀ ਕਰਦੇ ਨੇ। ਆਪ ਜੀ ਵੀ ਚੱਲ ਕੇ ਵੇਖੋ। ਉਸ ਵਕਤ ਰਾਤ ਦਾ ਸਮਾਂ ਸੀ। ਸਤਿਗੁਰੂ ਮਰਦਾਨੇ ਸਮੇਤ ਕਾਬੇ ਦੇ ਅੰਦਰ ਚਲੇ ਗਏ। ਤੇ ਗੁਰਮੁਖ ਪਿਆਰਿਓ ਫਿਰ ਕਾਬੇ ਵੱਲ ਚਰਨ ਕਰਕੇ ਮਹਾਰਾਜ ਕੁਝ ਸਮਾਂ ਲੇਟ ਗਏ। ਜਦੋਂ ਉਪਦੇਸ਼ ਕਰਨਾ ਹੁੰਦਾ ਨਾ, ਕਾਰਨ ਤੋਂ ਕਾਰਜ ਪੈਦਾ ਹੁੰਦਾ। ਅੰਦਰ ਚਲੇ ਗਏ ਮਹਾਰਾਜ, ਅੰਦਰ ਲੇਟ ਗਏ, ਕਾਬੇ ਵੱਲ ਚਰਨ ਕਰ ਲਏ ਮਹਾਰਾਜ ਨੇ।
ਜਦੋਂ ਸਵੇਰ ਦਾ ਸਮਾਂ ਹੋਇਆ ਨਾ, ਜੀਵਨ ਕਾਜੀ ਆਇਆ, ਜੀਵਨ ਨਾਮੇ ਕਾਜੀ ਸੀਗਾ, ਝਾੜੂ ਮਾਰਨ ਆਇਆ, ਸਾਫ਼ ਸਫਾਈ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗਾ, ਐ ਕਾਫਿਰ, ਖੁਦਾ ਵੱਲ ਪੈਰ ਕਿਉਂ ਕੀਤੇ ਆ? ਭਾਈ ਗੁਰਦਾਸ ਜੀ ਦੇ ਬਚਨ ਨੇ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬੁਝਗਾਰੀ। ਮਹਾਰਾਜ ਕਹਿਣ ਲੱਗੇ, ਸਾਨੂੰ ਪਤਾ ਨਹੀਂ ਵੀ ਕਿੱਧਰ। ਉਹ ਕਹਿੰਦਾ ਇੱਧਰ ਖੁਦਾ ਦਾ ਘਰ ਹੈ। ਜੀਵਨ ਕਾਜੀ ਕਹਿੰਦਾ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਸਾਨੂੰ ਨਹੀਂ ਪਤਾ ਵੀ ਇੱਧਰ ਖੁਦਾ ਦਾ ਘਰ ਹੈ ਕਿ ਕਿੱਧਰ ਹੈ, ਕਿੱਧਰ ਨਹੀਂ। ਰੱਬ ਦਾ ਘਰ, ਖੁਦਾ ਦਾ ਘਰ। ਥੱਕੇ ਆ, ਬੜੀ ਦੂਰੋਂ ਆਏ ਸਾਂ, ਜਿੱਥੇ ਜਗ੍ਹਾ ਮਿਲੇਗੀ ਉੱਥੇ ਲੇਟ ਗਏ, ਪੈ ਗਏ। ਹੁਣ ਜਿੱਧਰ ਖੁਦਾ ਦਾ ਘਰ ਨਹੀਂ ਆ, ਉਧਰ ਸਾਡੇ ਪੈਰ ਤੂੰ ਕਰਦੇ। ਮੈਂ ਤਾਂ ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ, ਮੈਥੋਂ ਤਾਂ ਹਿੱਲਿਆ ਨਹੀਂ ਜਾਂਦਾ। ਇਹ ਸੁਣ ਕੇ ਜੀਵਨ ਕਾਜੀ ਜਿਹੜਾ ਸੀਗਾ ਨਾ ਜੀ, ਅੱਗ ਬਬੂਲਾ ਹੋ ਗਿਆ ਤੇ ਸਤਿਗੁਰਾਂ ਨੂੰ ਲੱਤਾਂ ਤੋਂ ਪਕੜ ਕੇ, ਚਰਨਾਂ ਤੋਂ ਪਕੜ ਕੇ ਘਸੀਟਣ ਲੱਗਾ। ਇਸ ਦ੍ਰਿਸ਼ ਨੂੰ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ। ਕਹਿੰਦੇ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਖਾਰੀ। ਜਦੋਂ ਮਹਾਰਾਜ ਦੇ ਚਰਨ ਪਕੜ ਕੇ ਉਹਨੇ ਘਮਾਉਣੇ ਕੀਤੇ ਨਾ, ਉੱਥੇ ਫਿਰਿਆ ਮੱਕਾ ਕਲਾ ਦਖਾਰੀ। ਕਲਾ ਵਰਤ ਗਈ ਮਹਾਰਾਜ ਦੀ, ਮੱਕਾ ਵੀ ਨਾਲੇ ਫਿਰ ਗਿਆ। ਕੋ ਸਤਨਾਮ। ਕਈ ਹੁਣ ਦੇਖਿਆ ਜਾਂਦਾ ਇੱਥੇ ਵੀ, ਚੜ੍ਹਦੇ ਵੱਲ ਮੂੰਹ ਕਰੋ ਜੀ ਮਹਾਰਾਜ ਦਾ। ਗੁਰਮੁਖੋ, ਮਹਾਰਾਜ ਦਾ ਮੂੰਹ ਕਿੱਧਰ ਨਹੀਂ, ਖੁਦਾ ਕਿੱਥੇ ਨਹੀਂ, ਉਹਦਾ ਤੇਰੇ ਅੰਦਰ ਆ, ਕਿੱਧਰ ਕਰੇਗਾ। ਅੱਜ ਵੀ ਮਹਾਰਾਜ ਨੂੰ ਲਿਜਾ ਕੇ ਵੀ ਇੰਨਾ ਪਖੰਡ, ਇੰਨੇ ਵਹਿਮ ਭਰਮ, ਇਹ ਨਰਾਦਰ ਹੈ ਜੀ ਮਹਾਰਾਜ ਦਾ। ਸਤਿਕਾਰ ਨਾ ਸਮਝੀਏ। ਜੇ ਆਹ ਚੀਜ਼ ਹੈ ਮਨ ਦੇ ਵਿੱਚ, ਚੜ੍ਹਦੇ ਵੱਲ ਮੂੰਹ ਕਰੋ ਜੀ। ਜਿੱਧਰ ਬਾਹਰ ਹੁੰਦਾ ਵੀ ਨਾ ਕਮਰੇ ਦਾ, ਉਧਰ ਦੂਜੇ ਪਾਸੇ ਨੂੰ ਕਰਨਗੇ। ਖੁਦਾ ਕਿੱਧਰ ਨਹੀਂ, ਰੱਬ ਕਿੱਥੇ ਨਹੀਂ ਆ। ਇੱਥੇ ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰਤਾ। ਮਹਾਰਾਜ ਕਹਿੰਦੇ, ਜਿੱਧਰ ਨਹੀਂ ਹੈਗਾ ਖੁਦਾ ਦਾ ਘਰ, ਉਧਰ ਕਰਦੇ ਭਾਈ। ਜਦੋਂ ਮਹਾਰਾਜ ਦੇ ਚਰਨ ਪਕੜ ਕੇ ਉਹਨੇ ਕਿਸੇ ਘੜੀਸਣੇ ਕੀਤੇ ਨਾ, ਫਿਰ ਜਿੱਧਰ ਨੂੰ ਮਹਾਰਾਜ ਦੇ ਚਰਨ ਕੀਤੇ, ਮੱਕਾ ਉਧਰ ਹੀ ਘੁੰਮ ਗਿਆ। ਸਤਿਗੁਰਾਂ ਦੇ ਚਰਨ ਜਿੱਧਰ ਨੂੰ ਵੀ ਜਾਣ, ਮੱਕਾ ਵੀ ਨਾਲੇ ਫਿਰੀ ਜਾਵੇ। ਜਿਵੇਂ ਪਾਣੀ, ਜਿਵੇਂ ਜਹਾਜ਼ ਪਾਣੀ ਵਿੱਚ ਤੁਰਿਆ ਫਿਰਦਾ ਹੁੰਦਾ ਨਾ, ਇੰਨੀ ਵੱਡੀ ਅਜ਼ਮਤ ਵੇਖ ਕੇ ਸਾਰੇ ਕਾਜੀ ਮੁਲਾਣੇ ਹੈਰਾਨ ਹੋ ਗਏ। ਖੁਦਾ ਜਾਣ ਕੇ ਸਜਦੇ ਕਰਨ ਲੱਗੇ। ਅੱਜ ਤੱਕ ਮੱਕੇ ਦੇ ਮਨਿਆਰੇ ਜਿੱਧਰ ਸਤਿਗੁਰਾਂ ਦੇ ਚਰਨ ਸਨ, ਉਹ ਛੱਤ ਹੇਠਲੇ ਪਾਸੇ ਨੂੰ ਝੁਕੀ ਹੋਈ ਦੱਸੀ ਜਾਂਦੀ ਹੈ ਜੀ। ਜਿਹੜੇ ਜਾਂਦੇ ਆ, ਵੇਂਦੇ ਆ, ਉਹ ਅੱਜ ਵੀ ਉਹ ਨਿਸ਼ਾਨੀ ਕਾਇਮ ਹੈ। ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰ ਦਿੱਤਾ ਸੀ, ਘੁੰਮ ਗਿਆ ਸੀ ਉਹ। ਚਲੋ ਉਹ ਤਾਂ ਬੜੀ ਦੂਰ ਐ, ਸੀ ਨਹੀਂ ਕਦੇ ਦਰਸ਼ਨ ਕੀਤੇ, ਨਹੀਂ ਜਾ ਸਕੇ। ਇੱਥੇ ਨਰਸੀ ਨਾਮਦੇਵ ਤੁਸਾਂ ਨੇ ਦਰਸ਼ਨ ਕੀਤੇ ਹੋਣਗੇ, ਜਿੱਥੇ ਮੰਦਿਰ ਘੁੰਮਿਆ। ਭਗਤ ਜਨਾ ਕੋ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਬਾਣੀ ਦਾ ਫਰਮਾਨ ਹੈ। ਉਹ ਖੁਦਾ ਖੁਦਾ ਰੱਬ ਰੱਬ ਕਰੀ ਗਿਆ ਭਗਤ ਨਾਮਦੇਵ। ਉਹ ਜਿਹੜਾ ਮੰਦਿਰ ਸੀਗਾ ਨਾ ਜੀ, ਘੁੰਮ ਗਿਆ। ਚੜ੍ਹਦੇ ਵੱਲ ਮੂੰਹ ਸੀ ਉਹਦਾ, ਛਿਪਦੇ ਪਾਸੇ ਨੂੰ ਹੋ ਗਿਆ ਜਿੱਧਰ ਭਗਤ ਨਾਮਦੇਵ ਬੈਠਿਆ ਸੀ। ਅੱਜ ਵੀ ਉਹ ਨਿਸ਼ਾਨੀ ਕਾਇਮ ਹੈ। ਜਿਹੜੀਆਂ ਸੰਗਤਾਂ ਹਜ਼ੂਰ ਸਾਹਿਬ ਜਾਂਦੀਆਂ ਨੇ, ਦਰਸ਼ਨ ਕੀਤੇ ਹੋਣਗੇ ਉਸ ਮੰਦਿਰ ਦੇ। ਉਹ ਪੱਥਰ ਦਾ ਤਰਾਸ਼ਿਆ ਹੋਇਆ ਸੀਗਾ ਉਹ ਮੰਦਿਰ, ਜਿਹੜਾ ਅੱਜ ਵੀ ਨਿਸ਼ਾਨੀ ਕਾਇਮ ਹੈ। ਤੇ ਗੁਰਮੁਖ ਪਿਆਰਿਓ, ਅੱਜ ਵੀ ਉਹ ਨਿਸ਼ਾਨੀ ਜਿਹੜੀ ਆ ਨਾ ਦੱਸੀ ਜਾਂਦੀ ਆ ਮੱਕੇ ਦੇ ਝੁਕੇ ਦੀ। ਉਹ ਛੱਤ ਜਿਹੜੀ ਆ, ਸਾਰਿਆਂ ਨੇ ਸਤਿਗੁਰਾਂ ਦੇ ਚਰਨਾਂ 'ਚ ਬਹਿ ਕੇ ਫਿਰ ਚਰਚਾ ਕੀਤੀ। ਚਰਚਾ ਬਾਬਤ ਵੀ ਭਾਈ ਗੁਰਦਾਸ ਜੀ ਨੇ ਲਿਖਣਾ ਕੀਤਾ ਹੈ। ਉਹ ਕਹਿੰਦੇ, ਪੁੱਛਣ ਗੱਲ ਇਮਾਨ ਦੀ, ਕਾਜੀ ਮੂਲਾਂ ਇਕੱਠੇ ਹੋਈ। ਪਤਾ ਲੱਗ ਗਿਆ ਉਹਨੂੰ ਕਿ ਖੁਦਾ ਆਇਆ, ਖੁਦਾ ਦਾ ਰੂਪ ਆ ਗਿਆ। ਫਿਰ ਉਹ ਉਪਦੇਸ਼ ਲੈਂਦੇ ਆ। ਇਕੱਠੇ ਹੋ ਗਏ ਕਾਜੀ ਮੂਲਾਂ ਮਹਾਰਾਜ ਦੇ ਆਲੇ ਦੁਆਲੇ। ਕਹਿੰਦੇ, ਪੁੱਛਣ ਗੱਲ ਇਮਾਨ ਦੀ, ਧਰਮ ਦੀ, ਇਮਾਨ ਦੀ ਗੱਲ ਪੁੱਛਦੇ ਨੇ ਮਹਾਰਾਜ ਤੋਂ। ਕਾਜੀ ਮੂਲਾਂ ਇਕੱਠੇ ਹੋ ਕੇ ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਆ ਇੰਨਾ ਵੱਡਾ ਭਾਣਾ
ਮਹਾਰਾਜ ਨੇ ਰਚਾ ਦਿੱਤਾ, ਸਾਂਗ ਰਚਾ ਦਿੱਤਾ, ਆ ਵਰਤਾ ਦਿੱਤਾ ਵੀ ਆ ਕਦੇ ਗੱਲ ਹੋਈ ਨਹੀਂ ਏਦਾਂ ਦੀ। ਅਚਰਜ ਕੌਤਕ ਹੋ ਕੇ ਹੋਇਆ, ਵੇਖਿਆ, ਹੈਰਾਨ ਹੋ ਗਏ ਵੀ ਆ ਕੁਦਰਤ ਵੱਖਰੀ ਹੋ ਗਈ। ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਨੋਈ। ਉਹ ਕਹਿੰਦੇ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਪੋਥੀ ਸੀ ਬਾਣੀ ਦੀ, ਪੋਥੀ ਸੀ ਬਾਣੀ ਦੀ। ਉਹ ਪੁੱਛਣ ਲੱਗੇ, ਕਹਿੰਦੇ ਐ ਨਿਰੰਕਾਰ ਸਰੂਪ, ਐ ਖੁਦਾ ਦੇ ਬੰਦੇ, ਆ ਜੋ ਤੁਹਾਡੇ ਕੋਲ ਤੁਸਾਂ ਕਿਤਾਬ ਹੈ ਨਾ ਤੁਹਾਡੇ ਕੋਲ, ਉਹ ਕਿਤਾਬ ਬੋਲਿਆ ਉਹਨਾਂ ਨੇ, ਬਾਣੀ ਦੀ ਪੋਥੀ ਸੀ ਮਹਾਰਾਜ ਦੇ ਕੋਲ। ਇਹਦੇ ਵਿੱਚ ਤੁਹਾਡੇ ਧਰਮ 'ਚ, ਤੁਹਾਡੀ ਆ ਕਿਤਾਬ ਦੇ ਵਿੱਚ ਹਿੰਦੂ ਨੂੰ ਵੱਡਾ ਲਿਖਿਆ ਜਾਂ ਮੁਸਲਮਾਨ ਨੂੰ ਵੱਡਾ ਲਿਖਿਆ। ਤੇ ਗੁਰਮੁਖ ਪਿਆਰਿਓ, ਫਿਰ ਬਾਬੇ ਦਾ ਜਵਾਬ ਸੀ, ਗੁਰੂ ਨਾਨਕ ਸਾਹਿਬ ਜੀ ਦਾ ਜਵਾਬ ਸੀਗਾ। ਉਹ ਕਹਿੰਦੇ ਭਾਈ ਬਾਬਾ ਆਖੇ ਹਾਜੀਆਂ ਸੁਭ ਅਮਲਾਂ ਵਾਜੋਂ ਦੋਨੋਂ ਰੋ। ਉਹਨਾਂ ਨੇ ਪੁੱਛਿਆ ਸੀ ਕਿ ਮੁਸਲਮਾਨ ਚੰਗਾ ਕਿ ਹਿੰਦੂ ਚੰਗਾ। ਗੁਰੂ ਨਾਨਕ ਸਾਹਿਬ ਆਖਣ ਲੱਗੇ ਭਾਈ ਚੰਗੇ ਕਰਮਾਂ ਵਾਜੋਂ ਸੁਭ ਅਮਲਾਂ ਵਾਜੋਂ ਦੋਨੋਂ ਰੋਂਦੇ ਨੇ, ਦੋਨੋਂ ਰੋਣਗੇ। ਸਭਨਾ ਕਾ ਦਰ ਲੇਖਾ ਹੋਈ, ਤਰਨੀ ਵਾਜੋਂ ਤਰੇ ਨਾ ਕੋਈ। ਸਭ ਦਾ ਲੇਖਾ ਹੋਣਾ। ਮੁਸਲਮਾਨ ਕਾ ਏਕ ਖੁਦਾਏ, ਖੁਦਾ ਇੱਕ। ਹਿੰਦੂ ਕਹਿੰਦਾ ਸਾਡਾ ਭਗਵਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਜਵਾਬ ਹੈ ਕਿ ਸਭਨਾ ਕਾ ਦਰ ਲੇਖਾ ਹੋਈ, ਕਰਨੀ ਵਾਜੋਂ ਤਰੇ ਨਾ ਕੋਈ। ਭਾਈ ਕੋਈ ਹਿੰਦੂ ਹੈ, ਮੁਸਲਮ ਹੈ, ਜੋ ਮਰਜੀ ਹੈ, ਚੰਗੀ ਕਰਮਨੀ ਤੋਂ ਬਿਨਾ ਕੋਈ ਨਹੀਂ ਤਰੇਗਾ। ਜੇ ਕਰਨੀ ਮਾੜੀ ਹੈ ਨਾ, ਕਰਮ ਮਾੜੇ ਨੇ, ਉਹ ਡੁੱਬੂ। ਮਹਾਰਾਜ ਆਖਣ ਲੱਗੇ ਭਾਈ ਸੁਭ ਅਮਲਾਂ ਵਾਜੋਂ ਦੋਨੋਂ ਰੋ। ਸਤਿਗੁਰਾਂ ਨੇ ਸਾਰਿਆਂ ਦੀ ਤਸੱਲੀ ਕਰਵਾ ਦਿੱਤੀ। ਫਿਰ ਪਰਮੇਸ਼ਰ ਦੀ ਹੋਂਦ ਬਾਬਤ ਪੁੱਛਣ ਲੱਗੇ ਕਿ ਪ੍ਰਮਾਤਮਾ ਕੈਸਾ ਹੈ। ਸਵਾਲ ਕੀਤਾ ਉਹਨਾਂ ਨੇ। ਉੱਥੇ ਰਹਿਣ ਦਾ ਥਾਂ ਕਿੱਡਾ ਕੁ ਆ ਕਿ ਜਿੱਥੇ ਉਹ ਰਹਿੰਦਾ ਖੁਦਾ ਪਰਮੇਸ਼ਰ, ਉਹ ਕਾਜੀ ਮੁੱਲਾ ਨੇ ਮਹਾਰਾਜ ਨੂੰ ਪੁੱਛਣਾ ਕੀਤਾ ਕਿੰਨਾ ਕੁ ਵੱਡਾ ਉਹ ਥਾਂ ਹੈ, ਕਿੱਥੇ ਉਹ ਰਹਿੰਦਾ, ਉਹਦੇ ਕਿੰਨੇ ਕੁ ਨਾਮ ਨੇ, ਉਹਨੂੰ ਪ੍ਰਾਪਤ ਕਿਵੇਂ ਕਰ ਸਕਦੇ ਆ। ਇਹ ਪ੍ਰਸ਼ਨ ਸੁਣ ਕੇ ਗੁਰੂ ਸਾਹਿਬ ਜੀ ਨੇ ਮੱਕੇ ਵਿੱਚ ਬਹਿ ਕੇ ਆ ਜਿਹੜੇ ਅੱਜ ਸ਼ਬਦ ਦੀ ਵਿਚਾਰ ਆਪਾਂ ਆਰੰਭ ਕਰਨੀ, ਇਹ ਸ਼ਬਦ ਮਹਾਰਾਜ ਨੇ ਉਚਾਰਨ ਕੀਤਾ ਉਹਨਾਂ ਦੇ ਬਾਬਤ। ਫਿਰ ਉਥਾਨਕ ਹੈ ਸ਼ਬਦ ਦੀ। ਇਹ ਸ਼ਬਦ 8 ਪਦਿਆਂ ਵਾਲਾ ਸ੍ਰੀ ਰਾਗ ਦੇ ਵਿੱਚ ਪਹਿਲੇ ਸੁਰਤਾਲ ਦੇ ਵਿੱਚ ਮੰਗਲ ਕਰਦਿਆਂ ਸਤਿਗੁਰਾਂ ਨੇ ਇਹ ਫਿਰ ਉਚਾਰਨ ਕੀਤਾ ਹੈ ਜੀ। ਇਹ ਸ਼ਬਦ ਦੀ ਵਿਚਾਰ ਆਪਾਂ ਉਹਦੀ ਕਿਰਪਾ ਦੇ ਨਾਲ ਅਗਲੇ ਸਮੇਂ 'ਚ ਵਿਚਾਰਾਂਗੇ। ਆਓ ਭੁੱਲਾਂ ਤੋਂ ਖਿਮਾ ਪਾਈ, ਇੱਥੇ ਸਮਾਪਤੀ ਹੈ। ਧੰਨ ਭਾਗਿਓ ਜੋ ਵੀ ਵੀਰ ਭਰਾ ਪਹੁੰਚ ਕਰਕੇ ਮਹਾਰਾਜ ਦੇ ਚਰਨਾਂ 'ਚ ਤਨ ਮਨ ਤਨ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ ਜੀ, ਵੱਡਿਆਂ ਕਰਮਾਂ ਵਾਲਿਓ। ਆਓ ਰਲ ਮਿਲ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਉਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਧਿਆਇਆ। ਗੱਜ ਕੇ ਬਈ ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਧਿਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ